सब तो पहला सतगुरां दी बख्शिश फतेह दी सांझ पाईए। सारे प्यार नाल कहिए जी वाहिगुरु जी का खालसा वाहिगुरु जी की फतेह। सतगुरु किरपा करते हैं। असन प्रेम उमाड़ा क्यों मिलिए हर जाए। मन तन प्यास दर्शन कणी कोई आन मिलावे माए। संत सहाई प्रेम के हों तिनका लागा पाए। विण प्रभ क्यों सुख पाइया दूजी नाही जाए। जिनी चाख्या प्रेम रस से तृप्त रहे आगाए। आप त्याग बिनती करहे लेहो प्रभु लड़ लाए। जो हर कंत मिलाइया से विछड़ कतह ना जाए। प्रभ वैना दूजा को नहीं नानक हर सरनाए। असो सुखी वसंदिया जिन्ना मया हर राए। सो सतगुरु पातशाह अस्सू महीने विच समझाउणा करते हैं, सहब बचन करते हैं कि जदों भादरों का महीना बतीत होया तो नाल ही अस्सू का महीना आरंभ हो गया। ਅਤੇ ਜਦੋਂ ਅੱਸੂ ਦਾ ਮਹੀਨਾ ਚੜ੍ਹਦਾ ਹੈ ਤਾਂ ਗਰਮੀ ਦਾ ਖਾਤਮਾ ਹੁੰਦਾ ਹੈ। ਸਰਦੀ ਅਜੇ ਪੂਰੀ ਨਹੀਂ ਆਈ। ਅੱਸੂ ਦਾ ਮਹੀਨਾ ਵੀ ਮੌਸਮ ਪੱਖੋਂ ਮਨੁੱਖ ਨੂੰ ਕੋਈ ਸੁੱਖ ਦਿੰਦਾ ਹੈ। ਸਾਹਿਬ ਕਹਿੰਦੇ ਹਨ ਕਿ ਜਦੋਂ ਭਾਦਰੋਂ ਦਾ ਮਹੀਨਾ ਚੜ੍ਹਿਆ ਤੇ ਅੱਸੂ ਦੇ ਮਹੀਨੇ ਦੀ ਰੁੱਤ ਨੇ ਕੇਵਲ ਤਨ ਨੂੰ ਸੁੱਖ ਨਹੀਂ ਦਿੱਤਾ, ਬਲਕਿ ਮੇਰੇ ਅੰਦਰ ਮਨ ਦੇ ਅੰਦਰ ਨੂੰ ਵੀ प्रेम ने उछाला मारिया। सुख होया कि कुछ गर्मी तो राहत मिली। उस प्रेम के उछाले विच जो आवाज़ निकली कोई संसार दे विच इस तरह का है जिहड़ा मैनू मेरे परमात्मा दे चरनां दे नाल मिलाउंदा होवे। सतगुरु कृपा कर अस्सू प्रेम उमाहड़ा क्यों मिलिए हर जाए कि ਅੱਸੂ ਦੇ ਮਹੀਨੇ ਵਿੱਚ ਪ੍ਰੇਮ ਨੇ ਇੱਕ ਉਛਾਲਾ ਮਾਰਿਆ, ਪਿਆਰ ਜਾਗਿਆ ਕਿ ਮਨਾ ਗਰਮੀ ਦੇ ਜੋ 4-5 ਮਹੀਨੇ ਸੀ ਉਹ ਗਰਮੀ ਕਰਕੇ ਐਵੇਂ ਨਿਕਲ ਗਏ। ਹੁਣ ਅੱਗੇ ਸਰਦ ਰੁੱਤ ਆ ਰਹੀ ਹੈ। ਅੰਦਰ ਪ੍ਰੇਮ ਜਾਗਿਆ ਕਿ ਕੁਝ ਸਮਾਂ ਪ੍ਰਮਾਤਮਾ ਦੇ ਨਾਮ ਤੇ ਵੀ ਦਿਆ ਕਰੀਏ। ਸਤਿਗੁਰੂ ਕਹਿੰਦੇ कि जदों प्रेम ने एक उछाला मारिया तो जदों अंदरों प्रेम पैदा होया तो अंदरों एक सवाल उठ्या, मालका तेरे दर्शन किवें नसीब होणगे। मन तन प्यास दर्शन घनी कोई आन मिलावे माए। सतगुरु कहंदे कि मन विच अते तन विच प्रभु दे दर्शनां दी बहुत प्यास पैदा होई कि हे मां कोई ऐसा है ਜਿਹੜਾ ਮੈਨੂੰ ਉਸ ਪਿਆਰੇ ਨਾਲ ਮਿਲਾ ਦੇਵੇ, ਉਹਦੇ ਚਰਨਾਂ ਦੇ ਨਾਲ ਜੋੜ ਦੇਵੇ। ਸਾਹਿਬ ਕਹਿੰਦੇ ਹਨ ਕਿ ਅੱਸੂ ਦੇ ਮਹੀਨੇ ਵਿੱਚ ਸਾਡੇ ਅੰਦਰ ਪ੍ਰੇਮ ਪੈਦਾ ਹੋ ਗਿਆ। ਦਰਸ਼ਨ ਪਿਆਸੀ ਦਿਨ ਰਾਤ ਚਿਤਵੋ ਅਣਦਿਨ ਨੀਤ ਖੋਲ ਕਪਟ ਗੁਰ ਮੇਲੀਆ ਨਾਨਕ ਹਰ ਸੰਗ ਮੀਤ। ਸਤਿਗੁਰੂ ਕਹਿੰਦੇ कि दर्शन प्यासी दिन रात कि हे वाहिगुरु परमात्मा परमेश्वर मेरे सतगुरु दिन ते रात ही तेरे दर्शनां की प्यास दे विच मैं रहिंदा हां। चितवों अणदिन नीत दिन ते रात ही तैनूं मैं चितवदा रहिंदा हां। कदों तेरे दर्शन होण, कदों तेरा मिलाप हो जावे।
ਖੋਲ ਕਪਟ ਗੁਰ ਮੇਲੀਆ, ਨਾਨਕ ਹਰ ਸੰਗ ਮੀਤ। ਸਤਿਗੁਰੂ ਕਹਿੰਦੇ ਕਿ ਵਾਹਿਗੁਰੂ ਮੇਰੇ ਮਾਲਕ ਨੇ ਕਿਰਪਾ ਕੀਤੀ, ਮੇਰੇ ਜੋ ਤੇ ਗੁਰੂ ਦੇ ਵਿੱਚ ਜੋ ਪਰਦਾ ਸੀ ਉਸ ਨੂੰ ਦੂਰ ਕਰ ਦਿੱਤਾ, ਗਿਆਨ ਹੋ ਗਿਆ। ਗਿਆਨ ਕਿਵੇਂ ਮਿਲਿਆ? ਗੁਰੂ ਦੇ ਸ਼ਬਦ ਦੀ ਵਿਚਾਰ ਕੀਤੀ ਕਿ ਪ੍ਰਮਾਤਮਾ ਕਿਵੇਂ ਮਿਲੇਗਾ, ਉਹਦੇ ਨਿਯਮ ਕੀ ਹੈ, ਉਹਦੇ ਅਸੂਲ ਕੀ ਹੈ। ਹੁਣ ਨਿਯਮਾਂ ਦੇ ਅਨੁਸਾਰ ਅਸੂਲਾਂ ਤੇ ਚੱਲ ਕੇ ਹੀ ਜਾ ਕੇ ਮੰਜ਼ਿਲ ਮਿਲਦੀ ਹੈ। ਜੇ ਸਹੀ ਰਸਤੇ ਚੱਲਾਂਗੇ ਤਾਂ ਮੰਜ਼ਿਲ ਦੂਰ ਨਹੀਂ। ਜੇ ਰਸਤਾ ਭਟਕ ਗਏ ਤਾਂ ਭਾਵੇਂ ਜਿੰਨਾ ਮਰਜ਼ੀ ਭੱਜੇ ਫਿਰੀਏ, ਕਦੇ ਮੰਜ਼ਿਲ ਤੇ ਪਹੁੰਚ ਨਹੀਂ ਸਕਦੇ। ਸਤਿਗੁਰੂ ਕਹਿੰਦੇ ਕਿ ਖੋਲ ਕਪਟ ਗੁਰ ਮੇਲੀਆ। ਸਤਿਗੁਰੂ ਨੇ ਮੇਰੇ ਕਪਾਟ ਖੋਲ ਦਿੱਤੇ, ਜੋ ਅਗਿਆਨਤਾ ਦਾ ਹਨੇਰਾ ਸੀ ਉਹ ਦੂਰ ਕਰ ਦਿੱਤਾ, ਗਿਆਨ ਪੈਦਾ ਹੋ ਗਿਆ, ਗਿਆਨ ਮੈਨੂੰ ਬਖਸ਼ ਦਿੱਤਾ। ਇਹ ਜੋ ਪਰਦਾ ਸੀ ਅਗਿਆਨਤਾ ਦਾ ਉਹ ਦੂਰ ਹੋ ਗਿਆ। ਖੋਲ ਕਪਟ ਗੁਰ ਮੇਲੀਆ, ਗੁਰੂ ਨੇ ਮੈਨੂੰ ਆਪਣੇ ਨਾਲ ਮੇਲ ਲਿਆ। ਨਾਨਕ ਹਰ ਸੰਗ ਮੀਤ, ਮੇਰੇ ਮਿੱਤਰ ਨੇ, ਮੇਰੇ ਪਿਆਰੇ ਨੇ ਮੈਨੂੰ ਆਪਣੇ ਨਾਲ ਮਿਲਾ ਲਿਆ, ਗਿਆਨ ਬਖਸ਼ ਦਿੱਤਾ। ਸਤਿਗੁਰੂ ਕਹਿੰਦੇ ਕਿ ਦਰਸ਼ਨ ਪਿਆਸੀ ਦਿਨ ਰਾਤ, ਚਿਤ ਵਣ ਦਿਨ ਨੀਤ। ਇਸੇ ਤਰ੍ਹਾਂ ਸਤਿਗੁਰੂ ਅਸਨ ਪ੍ਰੇਮ ਅਮਾਹੜਾ, ਕਿਉਂ ਮਿਲੀਏ ਹਰ ਜਾਏ। ਮਨ ਤਨ ਪਿਆਸ ਦਰਸ਼ਨ ਘਣੀ, ਕੋਈ ਆਨ ਮਿਲਾਵੇ ਮਾਏ। ਕਿ ਇੱਕ ਛੋਟੀ ਜਿਹੀ ਸਾਖੀ ਆਉਂਦੀ ਹੈ ਕਿ ਰਾਏ ਭੋਏ ਦੀ ਤਲਵੰਡੀ ਵਿੱਚ ਸਾਰਾ ਸ਼ਹਿਰ ਬਿਲਕੁਲ ਆਰਾਮ ਨਾਲ ਸੁੱਤਾ ਪਿਆ, ਪਰ ਕੇਵਲ ਇੱਕ ਘਰ ਦੇ ਅੰਦਰ ਦੀਵਾ ਬਲਦਾ ਪਿਆ, ਉਹ ਵੀ ਟਿਮਟਮਾਉਂਦਾ ਦੀਵਾ, ਧੰਨ ਗੁਰੂ ਨਾਨਕ ਸਾਹਿਬ ਜੀ ਦੇ ਘਰ ਵਿੱਚ। ਕਹਿੰਦੇ ਹਨ ਕਿ ਗੁਰੂ ਨਾਨਕ ਉਹ ਸਮੇਂ 25 ਸਾਲ ਦੇ ਸਨ ਤੇ ਰਾਏ ਭੋਏ ਦੀ ਤਲਵੰਡੀ ਵਿੱਚ ਬੈਠੇ, ਨਿੰਮਾ ਨੀਮਾ ਦੀਵਾ ਬਲਦਾ। ਅੱਧੀ ਰਾਤ ਤੋਂ ਜ਼ਿਆਦਾ ਸਮਾਂ ਬਤੀਤ ਹੋ ਗਿਆ। ਮੇਰੇ ਗੁਰਦੇਵ ਪਾਤਸ਼ਾਹ ਅਜੇ ਵੀ ਸਾਈਂ ਦੀ ਯਾਦ ਵਿੱਚ ਜੁੜੇ ਬੈਠੇ ਹਨ। ਅਚਾਨਕ ਜਦੋਂ ਮਾਂ ਤ੍ਰਿਪਤਾ ਨੇ ਦੇਖਿਆ ਕਿ ਅਜੇ ਵੀ ਦੀਵਾ ਬਲਦਾ ਪਿਆ, ਤਾਂ ਨਾਨਕ ਚੌਂਕੜਾ ਮਾਰ ਕੇ ਕੋਲ ਬੈਠੇ ਹੋਏ ਹਨ, ਤਾਂ ਆਵਾਜ਼ ਆਈ ਤੇ ਸ਼ਬਦ ਕਹੇ ਕਿ ਬੇਟਾ, ਹੁਣ ਤਾਂ ਸਾਰਾ ਸੰਸਾਰ ਆਰਾਮ ਨਾਲ ਸੁੱਤਾ ਪਿਆ, ਤੂੰ ਵੀ 2 ਘੜੀਆਂ ਆਰਾਮ ਕਰ ਲੈ। ਅੱਧੀ ਰਾਤ ਤੋਂ ਜ਼ਿਆਦਾ ਸਮਾਂ ਲੰਘ ਗਿਆ, ਤੈਨੂੰ ਅਜੇ ਵੀ ਚੈਨ ਨਹੀਂ। ਫਿਰ ਉਸੇ ਵੇਲੇ ਕਹਿੰਦੇ ਅਸਮਾਨ ਵਿੱਚੋਂ ਬਬੀਹਾ ਬੋਲਿਆ, ਤੇ ਜਦੋਂ ਉਸ ਨੇ ਪ੍ਰਿਓ ਪ੍ਰਿਓ ਦੇ ਸ਼ਬਦ ਕਹੇ ਤਾਂ ਧੰਨ ਗੁਰੂ ਨਾਨਕ ਸਾਹਿਬ ਦੇ ਹਿਰਦੇ ਵਿੱਚੋਂ ਬੈਰਾਗ ਉੱਠਿਆ। ਕਹਿਣ ਲੱਗੇ ਕਿ ਦੇਖ ਮਾਂ, ਤੂੰ ਕਹਿੰਦੀ ਸੀ ਸਾਰੀ ਕਾਇਨਾਤ ਸੁੱਤੀ ਪਈ ਹੈ, ਪਰ ਉਹ ਸੁੱਤੇ ਹਨ ਜਿਨ੍ਹਾਂ ਦੇ ਅੰਦਰ ਪ੍ਰੇਮ ਦੀ ਤੜਫ ਨਹੀਂ, ਜਿਨ੍ਹਾਂ ਦੇ ਅੰਦਰ ਸਤਿਗੁਰੂ ਦਾ ਪ੍ਰੇਮ ਨਹੀਂ ਜਾਗਿਆ। ਉਹ ਸੁੱਤੇ ਹਨ। ਜਿਨ੍ਹਾਂ ਨੂੰ ਪ੍ਰੇਮ ਦਾ ਰੋਗ ਲੱਗ ਗਿਆ ਉਹ ਕਦੇ ਸੌਂਦੇ ਨਹੀਂ। ਅਸਮਾਨ ਉੱਤੇ ਉੱਡਣ ਵਾਲਾ ਬਬੀਹਾ ਵੀ ਅੱਧੀ ਰਾਤ ਨੂੰ ਆਪਣੇ ਮਾਲਕ ਨੂੰ ਪਿਆ ਪੁਕਾਰਦਾ ਹੈ। ਇਸ ਦਾ ਪਿਆਰਾ ਤਾਂ ਬਿਲਕੁਲ ਇਹਦੇ ਨੇੜੇ ਹੈ। ਅੱਜ ਨਹੀਂ ਤੇ ਕੱਲ, ਕੱਲ ਨਹੀਂ ਤੇ ਪਰਸੋਂ ਬਾਰਿਸ਼ ਹੋ ਜਾਵੇਗੀ, ਮੀਂਹ ਪੈ ਜਾਵੇਗਾ, ਇਹ ਤਾਂ ਚੁੱਪ ਕਰ ਜਾਵੇਗਾ, ਪਰ ਇਸ ਦੇ ਅੰਦਰ ਨੂੰ ਵਿਛੜਿਆ ਤਾਂ ਕਈ ਜਨਮ ਹੋ ਗਏ। ਪਾਤਸ਼ਾਹ ਕਹਿਣ ਲੱਗੇ ਕਿ ਮੈਂ ਓਨੀ ਦੇਰ ਤੱਕ ਚੈਨ ਨਾਲ ਨਹੀਂ ਟਿਕਾਂਗਾ, ਜਿੰਨੀ ਦੇਰ ਤੱਕ ਮੇਰੇ ਪਿਆਰੇ ਦਾ ਮਿਲਾਪ ਨਹੀਂ ਹੋ ਜਾਂਦਾ। ਕਿ ਮਾਂ, ਕਦੀ ਮੇਰੀਆਂ ਅੱਖਾਂ ਵਿੱਚ ਝਾਤੀ ਮਾਰ ਕੇ ਦੇਖੀ, ਮੈਂ ਪਿਆਰੇ ਦਾ ਰਾਹ ਪਿਆ ਤੱਕਦਾ। ਇੱਕ ਪਲ ਲਈ ਵੀ ਮੇਰੀਆਂ ਅੱਖਾਂ ਝਮਕਦੀਆਂ ਨਹੀਂ। ਜਿੰਨੀ ਦੇਰ ਤੱਕ ਪਿਆਰੇ ਨਾਲ ਮਿਲਾਪ ਨਹੀਂ ਹੁੰਦਾ, ਉਨੀ ਦੇਰ ਤੱਕ ਮੇਰੇ ਅੰਦਰ ਟਿਕਾ ਨਹੀਂ ਆਉਣਾ। ਆਪਣੇ ਪਿਆਰੇ ਤੋਂ ਬਿਨਾਂ ਇੱਕ ਪਲ ਵੀ ਰਿਹਾ ਨਹੀਂ ਜਾ ਸਕਦਾ। ਉਸ ਨੂੰ ਮਿਲਣ ਤੋਂ ਬਿਨਾਂ ਨੀਂਦ ਕਿੱਥੇ ਆਉਂਦੀ ਹੈ। ਕਬੀਰ ਜੀ ਕਹਿੰਦੇ ਹਨ ਕਿ ਐ ਬੰਦਿਆ, ਤੂੰ ਘੱਟੋ ਘੱਟ ਆਪਣੇ ਚੁਗਿਰਦੇ ਰਹਿਣ ਵਾਲੇ ਪੰਛੀਆਂ ਵੱਲ ਹੀ ਝਾਤ ਮਾਰ ਲੈ। ਉਹ ਇੱਕ ਰਾਤ ਵੀ ਆਪਣੇ ਪਿਆਰੇ ਤੋਂ ਵਿਛੜਨ ਤੇ ਸਾਰੀ ਰਾਤ ਆਪਣੇ ਮਾਲਕ ਨੂੰ ਪੁਕਾਰਦੇ ਹਨ। ਤੈਨੂੰ ਪਤਾ ਨਹੀਂ ਕਿੰਨੇ ਜਨਮ ਹੋ ਗਏ ਵਿਛੜਿਆ, ਤੂੰ ਕਦੇ ਵੀ ਆਪਣੇ ਉਸ ਪਿਆਰੇ ਨੂੰ ਯਾਦ ਨਹੀਂ ਕੀਤਾ, ਪਰ ਤੂੰ ਕਿਹੋ ਜਿਹੀ ਨੀਂਦ ਵਿੱਚ ਸੁੱਤਾ ਪਿਆ। ਕਈ ਜਨਮ ਹੋ ਗਏ ਨੇ,
ਕਦੇ ਤੂੰ ਵੀ ਮਿਲਣ ਲਈ ਉਪਰਾਲਾ ਕਰ। ਕਬੀਰ ਤੂਤਾ ਕਿਆ ਕਰੇ, ਉੱਠ ਕੇ ਨਾ ਜਪੇ ਮੁਰਾਰ, ਇੱਕ ਦਿਨ ਸੋਵਨ ਹੋਏਗੋ ਲਾਂਬੇ ਗੋੜ ਪਸਾਰ। ਕਹਿੰਦੇ ਤੂੰ ਵੀ ਉੱਠ ਕੇ ਉਸ ਆਪਣੇ ਮਾਲਕ ਨੂੰ ਯਾਦ ਕਰ, ਨਹੀਂ ਤਾਂ ਤੈਨੂੰ ਇੱਕ ਦਿਨ ਇਹੋ ਜਿਹੀ ਨੀਂਦ ਆਉਣੀ ਹੈ ਕਿ ਮੁੜ ਕੇ ਤੂੰ ਜਾਗਣਾ ਨਹੀਂ ਤੇ ਯਾਦ ਕਰਨ ਦਾ ਸਮਾਂ ਨਹੀਂ ਮਿਲਣਾ। ਬਹੁਤ ਜਨਮ ਵਿਛੜੇ ਤੇ ਮਾਧੋ, ਇਸ ਜਨਮ ਤੁਮਾਰੇ ਲੇਖੇ, ਕਹਿ ਰਵਿਦਾਸ ਆਸ ਲਗ ਜੀਵੋ, ਚਿਰ ਭਇਓ ਦਰਸ਼ਨ ਦੇਖੇ। ਅਸੁਨ ਪ੍ਰੇਮ ਅਮਾੜਾ। ਸਤਿਗੁਰੂ ਨੇ ਅੱਸੂ ਦੇ ਮਹੀਨੇ ਵਿੱਚ ਪ੍ਰੇਮ ਨੂੰ ਜ਼ਿਆਦਾ ਪਹਿਲ ਦਿੱਤੀ, ਕਿਉਂਕਿ ਪ੍ਰੇਮ ਤੋਂ ਬਿਨਾਂ ਪਰਮਾਤਮਾ ਦਾ ਮਿਲਾਪ ਨਹੀਂ। 10ਵੇਂ ਪਾਤਸ਼ਾਹ ਨੇ ਵੀ ਕਿਹਾ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਜਿਨ੍ਹਾਂ ਨੇ ਪ੍ਰੇਮ ਨਾਲ ਉਸ ਨੂੰ ਚਿਤਾਰਿਆ, ਪ੍ਰੇਮ ਨਾਲ ਆਪਣੇ ਪਰਮਾਤਮਾ ਨੂੰ ਯਾਦ ਕੀਤਾ, ਉਹਨੂੰ ਜ਼ਰੂਰ ਪਰਮਾਤਮਾ ਦਾ ਮਿਲਾਪ ਹੋਇਆ। ਪਰ ਪ੍ਰੇਮ ਤੋਂ ਬਿਨਾਂ ਕੁਝ ਨਹੀਂ। ਜੇ ਸਾਡੇ ਅੰਦਰ ਪ੍ਰੇਮ ਹੈ, ਪਰਮਾਤਮਾ ਨਾਲ ਪਿਆਰ ਹੈ, ਉਸ ਪਰਮਾਤਮਾ ਦਾ ਪ੍ਰੇਮ ਪਿਆਰ ਕਿਵੇਂ ਪੈਦਾ ਹੁੰਦਾ ਹੈ? ਸਾਨੂੰ ਜਿੰਨਾ ਚਿਰ ਗਿਆਨ ਨਹੀਂ ਹੁੰਦਾ ਉਹਨਾਂ ਚਿਰ ਪ੍ਰੇਮ ਪੈਦਾ ਨਹੀਂ ਹੁੰਦਾ। ਜਦੋਂ ਸਾਡੇ ਅੰਦਰ ਪਿਆਰ ਪੈਦਾ ਹੋ ਗਿਆ, ਗਿਆਨ ਪੈਦਾ ਹੋ ਗਿਆ, ਪਰਮਾਤਮਾ ਦੀ ਸੋਝੀ ਆ ਗਈ ਕਿ ਮਿਲੇਗਾ ਕਿਵੇਂ, ਉਹਦਾ ਵਿਰਾਗ ਕੀ ਹੈ, ਉਹਦਾ ਪ੍ਰੇਮ ਕੀ ਹੈ, ਪ੍ਰੇਮ ਪੈਦਾ ਕਿਵੇਂ ਹੋਵੇਗਾ, ਵਿਛੜਿਆਂ ਦਾ ਮਿਲਾਪ ਕਿਵੇਂ ਹੋਵੇਗਾ, ਇਹ ਗਿਆਨ ਕਿੱਥੋਂ ਮਿਲੇਗਾ? ਸਾਨੂੰ ਬਾਹਰੋਂ ਕਿਸੇ ਨੇ ਗਿਆਨ ਨਹੀਂ ਦੇਣਾ। ਜਿੰਨਾ ਮਰਜ਼ੀ ਅਸੀਂ ਕਿਸੇ ਕੋਲੇ ਜਾਵੜੀਏ, ਪਰ ਜਿਹੜਾ ਗੁਰੂ ਗ੍ਰੰਥ ਸਾਹਿਬ ਤੋਂ ਸਾਨੂੰ ਗਿਆਨ ਮਿਲੇਗਾ, ਕੋਈ ਸਾਨੂੰ ਗਿਆਨ ਨਹੀਂ ਦੇ ਸਕਦਾ, ਭਾਵੇਂ ਕੋਈ ਲੱਖ ਆਪਣੇ ਆਪ ਨੂੰ ਬ੍ਰਹਮ ਗਿਆਨੀ ਅੰਤਰਜਾਮੀ ਕਹਾਉਣ ਵਾਲਾ ਹੋਵੇ। ਜੋ ਵੀ ਗਿਆਨ ਦੇਵੇਗਾ ਤਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚੋਂ ਦੇਵੇਗਾ। ਤੇ ਕਿਉਂ ਨਾ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਪੜ੍ਹ ਕੇ ਸਮਝ ਕੇ ਗਿਆਨ ਲੈ ਲਈਏ। ਗੁਰੂ ਪਿਆਰਿਓ, ਜਿੰਨਾ ਚਿਰ ਸਾਨੂੰ ਗਿਆਨ ਨਹੀਂ ਹੁੰਦਾ ਉਹਨਾਂ ਚਿਰ ਪਰਮਾਤਮਾ ਦਾ ਪ੍ਰੇਮ ਨਹੀਂ ਜਾਗਣਾ। ਜਿੰਨਾ ਚਿਰ ਪ੍ਰੇਮ ਨਹੀਂ ਜਾਗਦਾ ਉਹਨਾਂ ਚਿਰ ਪਰਮਾਤਮਾ ਨਾਲ ਮਿਲਾਪ ਨਹੀਂ। ਜਿੰਨਾ ਚਿਰ ਮਿਲਾਪ ਨਹੀਂ ਹੁੰਦਾ ਉਹਨਾਂ ਚਿਰ ਸਾਡਾ ਜਨਮ ਮਰਨ ਖਤਮ ਨਹੀਂ ਹੋਣਾ। ਇਹ 84 ਲੱਖ ਜੂਨਾਂ ਦਾ ਗੇੜ ਚੱਲਦਾ ਰਹਿਣਾ ਹੈ। ਸੋ ਸਤਿਗੁਰੂ ਇਸੇ ਤਰ੍ਹਾਂ ਹੀ ਕਿਰਪਾ ਕਰਦੇ ਹਨ ਕਿ ਅਸਨ ਪ੍ਰੇਮ ਅਮਾਹੜਾ, ਕਿਉਂ ਮਿਲਿਆ ਹਰ ਜਾਏ, ਮਨ ਤਨ ਪਿਆਸ ਦਰਸ਼ਨ ਘਣੀ, ਕੋਈ ਆਣ ਮਿਲਾਵੇ ਮਾਏ। ਕਿਹੇ ਮਾਂ ਕੋਈ ਇਹੋ ਜਿਹਾ ਹੋਵੇ ਜਿਹੜਾ ਮੈਨੂੰ ਮੇਰੇ ਮਾਲਕ ਦੇ ਨਾਲ ਜੋੜ ਦੇਵੇ। ਸਤਿਗੁਰੂ ਕਹਿੰਦੇ ਹਨ, ਜੇ ਤੇਰੇ ਅੰਦਰ ਪਿਆਰ ਪੈਦਾ ਹੋ ਗਿਆ, ਤੈਨੂੰ ਵਿਰਾਗ ਪੈਦਾ ਹੋ ਗਿਆ, ਤਾਂ ਫਿਰ ਭਟਕੀ ਨਾ, ਬਾਹਲਾ ਕਿਤੇ ਭੱਜੀ ਨਾ। ਸੰਤ ਸਹਾਈ ਪ੍ਰੇਮ ਕੇ ਹੋਂ ਤਿਨ ਕੈ ਲਾਗਾ ਪਾਏ। ਜਿਹੜੇ ਰੱਤੇ ਹੋਏ, ਆਪ ਪਰਮਾਤਮਾ ਨਾਲ ਜੁੜੇ ਹੋਏ, ਉਹਨਾਂ ਦੇ ਨਾਲ ਬਹਿ ਕੇ ਸਤਸੰਗ ਕਰ, ਉਹਨਾਂ ਦੇ ਨਾਲ ਵਿਚਾਰ ਕਰ ਕਿ ਤੈਨੂੰ ਕਿਵੇਂ ਮਿਲਿਆ, ਮੈਨੂੰ ਕਿਵੇਂ ਮਿਲੇਗਾ। ਉਹਨਾਂ ਕੋਲੋਂ ਬੈਠ ਕੇ ਸਤਸੰਗ ਦੇ ਵਿੱਚੋਂ ਸੱਚ ਦੀ ਖੋਜ ਕਰ। ਤੇ ਅਸੀਂ ਕੀ ਕਰਦੇ ਹਾਂ? ਅਸੀਂ ਜਾਂਦੇ ਹਾਂ, ਬਾਬਾ ਜੀ ਨੇ ਆਪਣੇ ਪ੍ਰਵਚਨ ਸੁਣਾਏ, ਅਸੀਂ ਮੁੜ ਆਏ, ਜੈ ਹੋ ਬਾਬਾ ਜੀ, ਧੰਨ ਹੋ ਬਾਬਾ ਜੀ। ਪਰ ਪਰਮਾਤਮਾ ਨੂੰ ਸਮਝਣ ਦੀ ਕੋਸ਼ਿਸ਼ ਹੀ ਬਹੁਤ ਘੱਟ ਕਰਦੇ ਹਾਂ ਕਿ ਉਹ ਆਪ ਪਰਮਾਤਮਾ ਨਾਲ ਜਿਹੜੇ ਜੁੜੇ ਆ ਕਿ ਪਿਆਰਿਆ, ਉਹ ਹੀ ਤੈਨੂੰ ਪਰਮਾਤਮਾ ਦੇ ਨਾਲ ਜੋੜ ਸਕਣਗੇ। ਜ਼ਿਆਦਾਤਰ ਇਨਸਾਨ ਸੰਸਾਰ ਦੇ ਨਾਲ ਹੀ ਜੁੜਿਆ ਹੈ, ਭਗਵਾਨ ਦੇ ਨਾਲ, ਪਰਮਾਤਮਾ ਦੇ ਨਾਲ ਉਹ ਵਿਰਲੇ ਹੀ ਹਨ ਜਿਹੜੇ ਜੁੜੇ ਹਨ ਤੇ ਦੂਜਿਆਂ ਨੂੰ ਜੋੜਦੇ ਹਨ। ਸਤਿਗੁਰੂ ਤਾਂ ਕਹਿੰਦੇ, ਜਗ ਮੈਂ ਉੱਤਮ ਕੱਢਿਆ ਵਿਰਲੇ ਕਈ ਕੇ। ਸਾਰੇ ਸੰਸਾਰ ਦੇ ਵਿੱਚੋਂ ਲੱਭਣ ਤੁਰ ਗਏ ਤਾਂ ਵਿਰਲੇ ਵਿਰਲੇ ਹੀ ਆ ਜਿਹੜੇ ਪਰਮਾਤਮਾ ਨਾਲ ਜੁੜੇ ਹੋਏ ਹੋਣਗੇ ਤੇ ਦੂਜਿਆਂ ਨੂੰ ਜੋੜਦੇ ਹੋਣਗੇ। ਉਹਨਾਂ ਕੋਲੇ ਬੈਠ ਕੇ, ਉਹਨਾਂ ਦੇ ਨਾਲ ਸਤਸੰਗ ਕਰਕੇ, ਉਹਨਾਂ ਦੇ ਨਾਲ ਗੋਸ਼ਟ ਵਿਚਾਰ ਕਰ, ਗਿਆਨ ਦੀ ਵਿਚਾਰ ਕਰ, ਗੁਰਬਾਣੀ ਦੀ ਵਿਚਾਰ ਕਰ ਕਿ ਗਿਆਨ ਕੀ ਹੈ, ਪਰਮਾਤਮਾ ਦੀ ਮੈਨੂੰ ਪਹਿਚਾਣ ਕਿਵੇਂ ਹੋਵੇ, ਪਰਮਾਤਮਾ ਕਿੱਥੇ ਹੈ। ਪਰਮਾਤਮਾ ਤਾਂ ਸਾਡੇ ਵਿੱਚ ਹੀ ਹੈ, 84 ਲੱਖ ਜੂਨ ਦੇ ਵਿੱਚ ਵਰਤ ਰਿਹਾ, ਉਹ ਕੋਈ ਬਾਹਰ ਨਹੀਂ ਹੈ। ਪਰਮਾਤਮਾ ਨੇ ਸ੍ਰਿਸ਼ਟੀ ਬਣਾਈ ਹੈ ਔਰ ਸ੍ਰਿਸ਼ਟੀ ਦੇ ਵਿੱਚ ਹੀ ਉਹ ਸਮਾਇਆ ਹੋਇਆ ਹੈ। ਕਈ ਵਾਰ ਸਤਿਗੁਰੂ ਕਹਿੰਦੇ ਕਿ ਵਿਣ ਪ੍ਰਭ ਕਿਉਂ ਸੁਖ ਪਾਈਐ ਦੂਜੀ ਨਾਹੀ ਜਾਏ, ਕਿ ਕਈ ਵਾਰ ਇਨਸਾਨ ਬਾਹਰੋਂ ਸੁੱਖ ਭਾਲਦਾ ਹੈ
ਬਾਹਰੋਂ ਸੁੱਖ ਲੱਭਦਾ ਹੈ ਪਰ ਆਪਣੇ ਅੰਦਰ ਨੂੰ ਖੋਜਣ ਦੀ ਕੋਸ਼ਿਸ਼ ਨਹੀਂ ਕਰਦਾ। ਜਿਹੜਾ ਦੁੱਖ ਮਿਲਿਆ ਸਾਡੇ ਕਾਰਨਾਂ ਕਰਕੇ ਵੀ ਹੋ ਸਕਦਾ ਹੈ। ਸਾਨੂੰ ਸਰੀਰਕ ਰੋਗ ਲੱਗਦਾ ਹੈ, ਕੋਈ ਵੱਲਾ ਸਵੱਲਾ ਖਾਣ ਦੇ ਨਾਲ ਵੀ ਲੱਗ ਸਕਦਾ ਹੈ, ਬਾਹਰਲੀਆਂ ਚੀਜ਼ਾਂ ਤੋਂ ਖਾਣ ਨਾਲ ਵੀ ਲੱਗ ਸਕਦਾ ਹੈ, ਪਰ ਅਸੀਂ ਉਸ ਨੂੰ ਕੁਝ ਹੋਰ ਹੀ ਪਾਸੇ ਲੈ ਜਾਂਦੇ ਹਾਂ। ਸਤਿਗੁਰੂ ਕਹਿੰਦੇ ਵਿਣ ਪ੍ਰਭ ਕਿਉਂ ਸੁਖ ਪਾਈਐ ਦੂਜੀ ਨਾਹੀ ਜਾਏ। ਜੇ ਸੁਖ ਭਾਲਦਾ ਹੈ ਤਾਂ ਭਾਈ ਕਦੇ ਨਾਮ ਤੋਂ ਬਿਨਾ, ਸੱਚ ਤੋਂ ਬਿਨਾ, ਪਰਮਾਤਮਾ ਦੇ ਸੱਚੇ ਗਿਆਨ ਤੋਂ ਬਿਨਾ ਕਿ ਇਹ ਮਨੁੱਖ ਤੈਨੂੰ ਸੁੱਖ ਨਹੀਂ ਮਿਲ ਸਕਦਾ। ਠੀਕ ਹੈ, ਪੈਸਾ ਕਰਕੇ ਸੁੱਖ ਹੋ ਸਕਦਾ ਹੈ, ਪਰਿਵਾਰ ਕਰਕੇ ਸੁੱਖ ਹੋ ਸਕਦਾ ਹੈ, ਚੰਗੇ ਸੰਬੰਧ ਰਿਸ਼ਤੇਦਾਰ ਕਰਕੇ ਸੁੱਖ ਹੋ ਸਕਦਾ, ਪਰ ਜਿਹੜਾ ਮਨ ਦਾ ਟਿਕਾਓ ਹੈ, ਮਨ ਦਾ ਸੁੱਖ ਹੈ, ਮਨ ਦਾ ਆਰਾਮ ਹੈ, ਉਹ ਤੈਨੂੰ ਪ੍ਰਮਾਤਮਾ ਦੇ ਨਾਮ ਤੋਂ ਬਿਨਾਂ ਨਹੀਂ ਮਿਲਣਾ। ਸਭ ਤਰ੍ਹਾਂ ਕਰਕੇ ਸੁੱਖ ਮਿਲ ਸਕਦੇ ਹਨ, ਪਰ ਜਿਹੜਾ ਤੇਰੇ ਮਨ ਦਾ ਆਰਾਮ ਦਾ ਜਿਹੜਾ ਸੁੱਖ ਹੈ, ਮਨ ਦਾ ਟਿਕਾਓ ਹੈ, ਉਹ ਤੈਨੂੰ ਪ੍ਰਮਾਤਮਾ ਦੇ ਗਿਆਨ ਤੋਂ ਬਿਨਾਂ, ਪ੍ਰਮਾਤਮਾ ਦੇ ਨਾਮ ਤੋਂ ਬਿਨਾਂ ਨਹੀਂ ਮਿਲਣਾ। ਵਿਣ ਪ੍ਰਭ ਕਿਉਂ ਸੁਖ ਪਾਈਐ ਦੂਜੀ ਨਾਹੀ ਜਾਏ। ਜੇ ਸੁੱਖ ਪਾਲਦਾ ਤਾਂ ਭਾਈ ਕਦੇ ਨਾਮ ਤੋਂ ਬਿਨਾਂ ਕਿਸੇ ਨੂੰ ਸੁਖੀ ਨਹੀਂ ਦੇਖਿਆ। ਕਹਿੰਦੇ ਹਨ ਕਿ ਨਾਮ ਤੋਂ ਬਿਨਾਂ ਕਦੇ ਕੋਈ ਸੁੱਖ ਨਹੀਂ ਪਾਉਂਦਾ। ਜਿੱਥੇ ਇੱਥੇ ਜਾਏ ਦਾ ਅਰਥ ਹੈ ਕਿ ਥਾਂ, ਹੋਰ ਕੋਈ ਦੂਜੀ ਥਾਂ ਇਹੋ ਜਿਹੀ ਨਹੀਂ। ਜੇ ਹੈ ਤਾਂ ਪਾਤਸ਼ਾਹ ਕਹਿੰਦੇ ਦੱਸੋ ਕਿ ਨਾਮ ਤੋਂ ਬਿਨਾਂ ਕਿਹੜੀ ਥਾਂ ਹੈ ਜਿੱਥੇ ਸੁੱਖ ਮਿਲਦਾ ਹੋਵੇ, ਜਿੱਥੇ ਮਨ ਨੂੰ ਟਿਕਾਓ ਮਿਲਦਾ ਹੋਵੇ, ਮਨ ਨੂੰ ਸ਼ਾਂਤੀ ਮਿਲਦੀ ਹੋਵੇ। ਜਿਨੀ ਚਾਖਿਆ ਪ੍ਰੇਮ ਰਸ ਸੇ ਤ੍ਰਿਪਤ ਰਹੇ ਅਗਾਏ। ਸਤਿਗੁਰੂ ਕਹਿੰਦੇ ਜਿਨ੍ਹਾਂ ਨੇ ਪ੍ਰੇਮ ਨੂੰ ਚੱਖਿਆ, ਉਹਦੇ ਪ੍ਰੇਮ ਨੂੰ ਮਾਣਿਆ, ਤੇ ਉਹ ਫਿਰ ਸਾਰੇ ਇਹੀ ਪੜ੍ਹਦੇ ਨੇ ਕਿ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਏ। ਕਿ ਸਤਿਗੁਰੂ ਕਹਿੰਦੇ ਕਿ ਭਾਈ ਸਾਰੇ ਥਾਵਾਂ ਤੇ ਉਹ ਪਰਮੇਸ਼ਵਰ ਆਪ ਹੈ। ਗੋਬਿੰਦ ਦਾ ਭਾਵ ਹੈ ਧਰਤੀ ਦੀ ਰੱਖਿਆ ਕਰਨ ਵਾਲਾ, ਸੰਸਾਰ ਦੀ ਰੱਖਿਆ ਕਰਨ ਵਾਲਾ, ਇਸ ਸ੍ਰਿਸ਼ਟੀ ਦੀ ਰੱਖਿਆ ਕਰਨ ਵਾਲਾ। ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਕਿ ਹਰ ਥਾਂ ਤੇ ਪ੍ਰਮਾਤਮਾ ਹੀ ਪ੍ਰਮਾਤਮਾ ਹੈ, ਹਰ ਦੇ ਵਿੱਚ ਪ੍ਰਮਾਤਮਾ ਹੀ ਪ੍ਰਮਾਤਮਾ ਹੈ। ਸਾਰੀ ਸ੍ਰਿਸ਼ਟੀ ਦੇ ਵਿੱਚ ਪ੍ਰਮਾਤਮਾ ਸਮਾਇਆ ਹੋਇਆ ਹੈ, ਰਮਿਆ ਹੋਇਆ ਹੈ। ਸੂਤ ਏਕ ਮਨ ਸਤ ਸਹੰਸ ਜੈਸੇ ਓਤ ਪੋਤ ਪ੍ਰਭ ਸੋਈ। ਕਹਿੰਦੇ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਕਿ ਸਾਰੇ ਥਾਵਾਂ ਤੇ ਸਾਰਿਆਂ ਦੇ ਵਿੱਚ ਪ੍ਰਮਾਤਮਾ ਹੈ, ਗੋਬਿੰਦ ਹੈ। ਉਹਦੀ ਬਣਾਈ ਹੋਈ ਸ੍ਰਿਸ਼ਟੀ ਹੈ, ਸ੍ਰਿਸ਼ਟੀ ਨੂੰ ਬਣਾ ਕੇ ਉਹਦੇ ਵਿੱਚ ਸਮਾਇਆ ਹੋਇਆ ਹੈ। ਪ੍ਰਮਾਤਮਾ ਬਾਹਰੋਂ ਕਿਤੋਂ ਤੁਹਾਨੂੰ ਨਹੀਂ ਮਿਲਣਾ, ਤੁਹਾਡੇ ਵਿੱਚੋਂ ਹੀ ਪ੍ਰਮਾਤਮਾ ਨੇ ਮਿਲਣਾ ਹੈ। ਜੇ ਅਸੀਂ ਦੇਖਾਂਗੇ ਉਹਦੇ ਵਿੱਚ ਵੀ ਪ੍ਰਮਾਤਮਾ ਹੈ, ਉਸ ਜੀਵ ਵਿੱਚ ਵੀ ਪ੍ਰਮਾਤਮਾ ਹੈ, ਤਾਂ ਸਾਡੇ ਤੋਂ ਪ੍ਰਮਾਤਮਾ ਦੂਰ ਨਹੀਂ। ਸਤਿਗੁਰੂ ਕਹਿੰਦੇ ਪ੍ਰਮਾਤਮਾ ਤਾਂ ਇਸ ਤਰ੍ਹਾਂ ਹੈ, ਸੂਤ ਏਕ ਮਨ ਸਤ ਸਹੰਸ ਜੈਸੇ ਓਤ ਪੋਤ ਪ੍ਰਭ ਸੋਈ। ਕਿ ਉਹ ਪਰਮੇਸ਼ਵਰ ਇਸ ਤਰ੍ਹਾਂ ਹੈ ਜਿਵੇਂ ਇੱਕ ਸੂਤ ਹੋਵੇ, ਇੱਕ ਤਾਗਾ ਹੋਵੇ, ਉਹਦੇ ਵਿੱਚ ਸੈਂਕੜੇ ਹੀ ਮਣਕੇ ਪਰੋਏ ਹੋਣ। ਇਸੇ ਤਰ੍ਹਾਂ ਪ੍ਰਮਾਤਮਾ ਰੂਪੀ ਨਾਮ ਰੂਪੀ ਇੱਕ ਤਾਗਾ ਹੈ। ਸਾਰਾ ਸੰਸਾਰ ਉਹਦੇ ਵਿੱਚ ਪਰੋਇਆ ਹੋਇਆ ਹੈ, ਉਹਦੇ ਵਿੱਚ ਪੁਣਿਆ ਹੋਇਆ ਹੈ, ਉਹਦੇ ਵਿੱਚ ਬੱਧਾ ਹੋਇਆ ਹੈ, ਉਹਦੇ ਨਿਯਮ ਦੇ ਅਨੁਸਾਰ ਚੱਲ ਰਿਹਾ ਹੈ। ਉਹ ਜਿਹਨੂੰ ਚਾਹਵੇ ਤਾਗੇ ਵਿੱਚੋਂ ਕੱਢ ਸਕਦਾ ਹੈ, ਜਿਹਨੂੰ ਚਾਹਵੇ ਉਹਦੇ ਵਿੱਚ ਪਾ ਸਕਦਾ ਹੈ। ਸੂਤ ਏਕ ਮਨ ਸੰਤ ਸਤ ਸਹੰਸ। ਕਹਿੰਦੇ ਹਜ਼ਾਰਾਂ ਹੀ ਮਣਕੇ ਉਸ ਤਾਗੇ ਦੇ ਵਿੱਚ ਪਰੋਏ ਹਨ। ਜੈਸੇ ਓਤ ਪੋਤ ਪ੍ਰਭ ਸੋਈ। ਓਤ ਪੋਤ ਜਿਵੇਂ ਹੁਣ ਕਈ ਬੀਬੀਆਂ ਖੱਡਾ ਆਉਂਦੀਆਂ, ਤਾਣਾ ਆਉਂਦੀਆਂ, ਤਾਗਾ ਇੱਕ ਹੀ ਹੁੰਦਾ ਹੈ, ਉਹਨੂੰ ਤਰ੍ਹਾਂ ਤਰ੍ਹਾਂ ਦੇ ਰੰਗ ਬਣਾ ਕੇ ਉਹਦੇ ਵਿੱਚ ਡਿਜ਼ਾਈਨ ਬਣਾਏ ਜਾਂਦੇ ਆ। ਉਹਨੂੰ ਸ਼ੋਭਣ ਵਾਸਤੇ, ਉਹਦੀ ਸ਼ੋਭਾ ਵਾਸਤੇ ਤਰ੍ਹਾਂ ਤਰ੍ਹਾਂ ਦੇ ਰੰਗ ਉਹਨੂੰ ਭਰ ਕੇ ਉਹਨੂੰ ਤਾਣਾ ਪੇਟਾ, ਤਾਗਾ ਕੀ ਹੈ, ਉਹਦੇ ਵਿੱਚ ਬਾਹਰਲਾ ਤਾਗਾ, ਦੂਜਾ ਤਾਗਾ, ਉਸ ਤਾਗੇ ਦੇ ਵਿੱਚੋਂ ਹੀ ਸੂਤ ਨਾਲ ਹੀ, ਤਾਗੇ ਦੇ ਨਾਲ ਹੀ ਸਾਰਾ ਕੁਝ ਉਹ ਬਣਦਾ ਹੈ। ਪਰ ਉਹਦਾ ਤਾਣੇ ਪੇਟ ਦਾ ਪਤਾ ਹੀ ਨਹੀਂ ਲੱਗਦਾ ਕਿਹੜਾ ਤਾਗਾ ਕਿੱਧਰ ਦੀ ਹੈ ਤੇ ਕਿੱਧਰ ਨੂੰ ਜਾ ਰਿਹਾ। ਇਸੇ ਤਰ੍ਹਾਂ ਹੀ ਪ੍ਰਮਾਤਮਾ ਹੈ। ਸਤਿਗੁਰੂ ਕਹਿੰਦੇ ਪ੍ਰਮਾਤਮਾ ਇੱਕ ਤਾਣੇ ਪੇਟੀ ਦੀ ਤਰ੍ਹਾਂ ਹੈ। ਉਹ ਸਾਰਾ ਉਹਦਾ ਬਣਾਇਆ ਹੋਇਆ ਸੰਸਾਰ ਹੈ, ਉਸੇ ਤੋਂ ਹੀ ਸਾਰਾ ਬਣਿਆ ਹੈ, ਉਹ ਸਾਰਿਆਂ ਦੇ ਵਿੱਚ ਹੀ ਸਮਾਇਆ ਹੋਇਆ ਹੈ। ਪਤਾ ਹੀ ਨਹੀਂ ਲੱਗਦਾ ਕਿਹੜੇ ਮਣਕੇ ਨੂੰ ਕਿੱਧਰ ਦੀ ਕੱਢ ਦੇਣਾ ਤੇ ਕਿੱਧਰ ਦੀ ਪਾ ਦੇਣਾ। ਇੱਕ ਤਾਗੇ ਦੇ ਵਿੱਚ ਸਾਰੇ ਪਰੋਏ ਹੋਏ ਹਨ। ਜਲ ਤਰੰਗ ਔਰ ਫੇਨ ਬੁਦਬੁਦਾ, ਜਲ ਤੇ ਭਿੰਨ ਨਾ ਹੋਈ। ਸਤਿਗੁਰੂ ਕਹਿੰਦੇ
ਕਿ ਜਿਵੇਂ ਸਮੁੰਦਰ ਦੇ ਵਿੱਚੋਂ ਲਹਿਰ ਉੱਠਦੀ ਹੈ, ਲਹਿਰ ਦੇ ਨਾਲ ਝੱਗ ਵੀ ਬਣਦੀ ਹੈ ਤੇ ਲਹਿਰ ਵੀ ਬਣਦੀ ਹੈ, ਇਸੇ ਤਰ੍ਹਾਂ ਹੀ ਜਿਵੇਂ ਪਾਣੀ ਦੀਆਂ ਲਹਿਰਾਂ, ਝੱਗ ਤੇ ਬੁੱਧਬਦਾ ਦਾ ਭਾਵ ਹੈ ਬੁਲਬੁਲਾ। ਸਤਿਗੁਰੂ ਕਹਿੰਦੇ ਜਲ ਤਰੰਗ ਔਰ ਫੇਨ ਬੁੱਧਬਦਾ, ਜਲ ਤੇ ਭਿੰਨ ਨਾ ਹੋਈ, ਪਰ ਜਲ ਤੋਂ ਵੱਖਰਾ ਕੁਛ ਵੀ ਨਹੀਂ। ਲਹਿਰ ਵੀ ਜਲ ਦੇ ਵਿੱਚੋਂ ਹੀ ਉੱਠੀ ਤੇ ਝੱਗ ਵੀ ਜਲ ਦੇ ਵਿੱਚੋਂ ਹੀ ਬਣੀ ਤੇ ਬੁਲਬੁਲਾ ਵੀ ਪਾਣੀ ਦੇ ਵਿੱਚੋਂ ਹੀ ਬਣਿਆ ਤੇ ਸਮਾਪਤ ਵੀ ਪਾਣੀ ਦੇ ਵਿੱਚ ਹੀ ਹੁੰਦਾ ਹੈ, ਬਾਹਰੋਂ ਕੁਛ ਨਹੀਂ ਆਇਆ। ਇਸੇ ਤਰ੍ਹਾਂ ਹੀ ਸੰਸਾਰ ਜੋ ਪ੍ਰਮਾਤਮਾ ਤੋਂ ਹੀ ਬਣਿਆ ਹੈ, ਪ੍ਰਮਾਤਮਾ ਦੇ ਵਿੱਚ ਹੀ ਸਮਾ ਜਾਂਦਾ ਹੈ। ਪ੍ਰਮਾਤਮਾ ਸੰਸਾਰ ਦੇ ਵਿੱਚ ਹੀ ਸਮਾਇਆ ਹੋਇਆ ਹੈ, ਉਸ ਤੋਂ ਬਾਹਰ ਕੁਛ ਨਹੀਂ। ਇਹ ਪ੍ਰਪੰਚ ਪਾਰ ਬ੍ਰਹਮ ਕੀ ਲੀਲਾ, ਵਿਚਰਤ ਆਣ ਨਾ ਹੋਈ। ਸਤਿਗੁਰੂ ਕਹਿੰਦੇ ਇਹ ਜੋ ਸੰਸਾਰ ਸਾਰਾ ਬਣਿਆ ਹੈ ਭਾਈ, ਉਹਦਾ ਇੱਕ ਇਹ ਖੇਡ ਹੈ, ਉਹਦਾ ਤਮਾਸ਼ਾ ਬਣਾਇਆ ਹੋਇਆ ਹੈ, ਉਹਦੀ ਇਹ ਲੀਲਾ ਹੈ, ਉਹਦੇ ਮਨ ਦੀ ਆਪਣੀ ਖੁਸ਼ੀ ਹੈ। ਇਹ ਪ੍ਰਪੰਚ ਪਾਰ ਬ੍ਰਹਮ ਕੀ ਲੀਲਾ, ਇਹ ਉਹਦੀ ਲੀਲਾ ਹੈ। ਵਿਚਰਤ ਆਣ ਮਿਲਾਇਆ, ਪਰ ਕਹਿੰਦੇ ਕੋਈ ਵਿਚਾਰ ਕੇ ਤਾਂ ਇਹਨੂੰ ਦੇਖੇ, ਆਪਣੀ ਸੁਰਤ ਨੂੰ ਥੋੜ੍ਹਾ ਜਿਹਾ ਕਾਇਮ ਕਰੇ, ਆਪਣੇ ਧਿਆਨ ਨੂੰ ਥੋੜ੍ਹਾ ਜਿਹਾ ਪ੍ਰਮਾਤਮਾ ਨਾਲ ਜੋੜ ਕੇ ਤਾਂ ਦੇਖੇ, ਸਮਝ ਪੈ ਜਾਵੇਗੀ ਕਿ ਪ੍ਰਮਾਤਮਾ ਚੀਜ਼ ਕੀ ਹੈ, ਉਹ ਰਹਿੰਦਾ ਕਿੱਥੇ ਹੈ। ਸਤਿਗੁਰੂ ਕਿਰਪਾ ਕਰਦੇ ਹਨ ਕਿ ਅਸੁਨ ਪ੍ਰੇਮ ਅਮਾੜਾ ਕਿਉ ਮਿਲੀਏ ਹਰ ਜਾਏ, ਮਨ ਤਨ ਪਿਆਸ ਦਰਸ਼ਨ ਕਨੀ ਕੋਈ ਆਣ ਮਿਲਾਵੇ ਮਾਏ, ਸੰਤ ਸਹਾਈ ਪ੍ਰੇਮ ਕੇ ਹੋਂ ਤਿਨ ਕੈ ਲਾਗਾ ਪਾਏ, ਵਿਣ ਪ੍ਰਭ ਕਿਉ ਸੁਖ ਪਾਈਐ ਦੂਜੀ ਨਾਹੀ ਜਾਏ, ਜਿਨੀ ਚਾਖਿਆ ਪ੍ਰੇਮ ਰਸ ਸੇ ਤ੍ਰਿਪਤ ਰਹੇ ਅਗਾਏ। ਜਿਨ੍ਹਾਂ ਨੇ ਸਾਈਂ ਦੇ ਨਾਮ ਦੇ ਰਸ ਨੂੰ ਚੱਖਿਆ ਹੈ, ਉਹਦੇ ਪ੍ਰੇਮ ਨੂੰ ਮਾਣਿਆ ਹੈ, ਉਹਦੇ ਪਿਆਰ ਨੂੰ ਮਾਣਿਆ ਹੈ, ਉਹ ਤ੍ਰਿਪਤ ਹੋ ਗਏ। ਉਹਨਾਂ ਦੇ ਅੰਦਰ ਕੋਈ ਮੰਗ ਨਹੀਂ ਉੱਠਦੀ ਕਿ ਸਤਿਗੁਰੂ ਮੈਨੂੰ ਆਹ ਦੇ ਦੇ, ਮੈਨੂੰ ਆਹ ਦੇ ਦੇ। ਉਹ ਰੱਜ ਜਾਂਦੇ ਹਨ। ਜਿਹੜੇ ਅੰਦਰੋਂ ਰੱਜ ਗਏ ਉਹ ਸਾਰੇ ਪਾਸੇ ਰੱਜ ਗਏ, ਉਹਨਾਂ ਨੂੰ ਕੋਈ ਭੁੱਖ ਨਹੀਂ, ਉਹਨਾਂ ਨੂੰ ਤ੍ਰਿਸ਼ਨਾ ਮਿਟ ਗਈ। ਸਤਿਗੁਰੂ ਕਹਿੰਦੇ ਜਿਹੜੇ ਅੰਦਰੋਂ ਬਿਲਕੁਲ ਰੱਜ ਗਏ, ਉਹਨਾਂ ਦੇ ਅੰਦਰ ਦੁਨੀਆ ਦੀ ਕੋਈ ਵਾਸ਼ਨਾ ਨਹੀਂ। ਪਾਤਸ਼ਾਹ ਕਹਿੰਦੇ ਹਨ, ਫਿਰ ਅੱਗੇ ਬਖਸ਼ਿਸ਼ ਕਰਦੇ ਹਨ ਕਿ ਜਿਹੜੇ ਰੱਜ ਜਾਂਦੇ ਹਨ ਉਹਨਾਂ ਦੇ ਆਪ ਪ੍ਰਭੂ ਪਰਮੇਸ਼ਵਰ ਸਹਾਈ ਹੋ ਜਾਂਦੇ ਹਨ। ਫਿਰ ਉਹਨਾਂ ਨੇ ਇੱਕ ਗੱਲ ਦੱਸੀ ਕਿ ਸਵੇਰੇ ਉੱਠ ਕੇ ਜਦੋਂ ਵੀ ਤੈਨੂੰ ਮੌਕਾ ਮਿਲੇ, ਅੰਮ੍ਰਿਤ ਵੇਲੇ ਅਰਦਾਸ ਕਰਿਆ ਕਰ ਕਿ ਆਪ ਤਿਆਗ ਬੇਨਤੀ ਕਰੇ, ਲਿਹੋ ਪ੍ਰਭੂ ਲੜ ਲਾਏ। ਆਪਣੀ ਹਉ ਨੂੰ, ਆਪਣੀ ਹਉਮੈ ਨੂੰ, ਆਪਣੇ ਹੰਕਾਰ ਨੂੰ ਅੰਦਰੋਂ ਕੱਢ ਦੇ। ਨਿਮਰਤਾ ਵਿੱਚ ਆ ਜਾਵੇ ਮਨ ਤੇਰਾ ਕਿ ਮੈਂ ਆਪਣੇ ਮੈਂ ਨੂੰ ਛੱਡ ਕੇ ਇੱਕ ਬੇਨਤੀ ਕਰਦਾ ਹਾਂ, ਪਰਮੇਸ਼ਵਰ ਹੇ ਪ੍ਰਭੂ ਆਪ ਤਿਆਗ, ਆਪਣੇ ਆਪ ਨੂੰ ਤਿਆਗ ਕੇ ਬੇਨਤੀ ਕਰੇ, ਮੈਂ ਇੱਕ ਬੇਨਤੀ ਕਰਦਾ ਹਾਂ, ਲਿਹੋ ਪ੍ਰਭੂ ਲੜ ਲਾਏ ਕਿ ਹੇ ਮੇਰੇ ਮਾਲਕ, ਹੇ ਮੇਰੇ ਵਾਹਿਗੁਰੂ ਪਰਮੇਸ਼ਵਰ, ਜੇ ਤੂੰ ਤੁੱਠਾ ਹੈ ਤਾਂ ਆਪਣੇ ਲੜ ਲਾ ਲੈ, ਆਪਣੇ ਚਰਨਾਂ ਨਾਲ ਜੋੜ ਲੈ, ਮੈਨੂੰ ਥਾਂ ਥਾਂ ਤੇ ਭਟਕਣਾ ਨਾ ਪਵੇ, ਕਿਉਂਕਿ ਜੁੜਿਆ ਗਿਆਨ ਤੋਂ ਬਿਨਾਂ ਨਹੀਂ ਆਉਂਦਾ। ਜਦੋਂ ਗਿਆਨ ਆ ਜਾਂਦਾ ਹੈ ਤਾਂ ਉਹਨੂੰ ਸਾਰਾ ਸੰਸਾਰ ਝੂਠਾ ਦਿਖਦਾ ਹੈ। ਸਾਰੇ ਸੰਤਾਂ ਮਹਾਂਪੁਰਸ਼ਾਂ ਦੀ ਸੰਸਾਰ ਵਿੱਚ ਕਮੀ ਨਹੀਂ, ਹੜ ਆਇਆ ਪਿਆ, ਪਰ ਅਸਲੀ ਮੰਜ਼ਿਲ ਤੇ ਪਹੁੰਚਾਉਣ ਵਾਲਾ ਕੋਈ ਵਿਰਲਾ ਹੀ ਹੈ। ਸਤਿਗੁਰੂ ਕਹਿੰਦੇ ਭਾਈ ਤੂੰ ਸੱਤ ਨੂੰ ਸਿਆਣ ਕੇ, ਸੱਚ ਨੂੰ ਸਮਝ ਕੇ, ਗਿਆਨ ਨੂੰ ਸਮਝ ਕੇ ਪਰਮਾਤਮਾ ਦੇ ਨਾਲ ਜੁੜ। ਜੇ ਜੋ ਹਰ ਕੰਤ ਮਲਾਈਆਂ ਸੇ ਵਿਛੜ ਕਤੇ ਨਾ ਜਾਏ, ਉਹਨਾਂ ਦਾ ਫਿਰ ਕਦੀ ਵਿਛੋੜਾ ਨਹੀਂ ਹੁੰਦਾ। ਜਿਹੜੇ ਸੱਚ ਦੇ ਨਾਲ ਜੁੜ ਗਏ, ਜਿਹੜੇ ਗਿਆਨ ਦੇ ਨਾਲ ਜੁੜ ਗਏ, ਜਿਨ੍ਹਾਂ ਨੂੰ ਗਿਆਨ ਆ ਗਿਆ, ਸੋਝੀ ਮਿਲ ਗਈ, ਉਹ ਪਰਮਾਤਮਾ ਤੋਂ ਬਿਨਾਂ ਹੋਰ ਕਿਤੇ ਝੁਕਦੇ ਨਹੀਂ। ਜੇ ਆਪਣਾ ਮਨ ਝੁਕਾਉਂਦੇ ਹਨ ਤਾਂ ਉਹ ਪਰਮਾਤਮਾ ਦੇ ਅੱਗੇ ਹੀ ਝੁਕਾਉਂਦੇ ਹਨ ਕਿ ਸਤਿਗੁਰੂ ਇਹ ਸਭ ਕੁਝ ਤੇਰਾ ਹੀ ਹੈ, ਇਹ ਸਰੀਰ ਵੀ ਤੇਰਾ ਹੈ, ਚੱਲਦੇ ਸਵਾਸ ਤੇਰੇ ਹਨ। ਜਿੰਨਾ ਚਿਰ ਤੇਰੀ ਕਿਰਪਾ ਦੇ ਨਾਲ ਸਵਾਸ ਚੱਲਦੇ ਹਨ ਤਾਂ ਇਹ ਸਰੀਰ ਚੱਲਦਾ ਹੈ, ਨਹੀਂ ਤਾਂ ਇਹ ਮਿੱਟੀ ਦੀ ਢੇਰੀ ਹੈ। ਹਮ ਆਦਮੀ ਹਾਂ ਇੱਕ ਦਮੀ, ਮੋਹਲਤ ਮੌਤ ਨਾ ਜਾਣਾ, ਕਿ ਅਸੀਂ ਇਨਸਾਨ ਹਾਂ ਇੱਕ ਸਵਾਸ ਦੇ ਨਾਲ। ਜੇ ਸਵਾਸ ਅੰਦਰ ਆਉਂਦਾ ਹੈ ਜਾਂਦਾ ਹੈ ਤਾਂ ਆਦਮੀ ਹਾਂ, ਨਹੀਂ ਤਾਂ ਮਿੱਟੀ ਦੀ ਢੇਰੀ ਹੈ। ਇਹ ਸਵਾਸ ਕੌਣ ਦਿੰਦਾ? ਸਾਨੂੰ ਕੋਈ ਬਾਹਰਲੇ ਸੰਤ ਨਹੀਂ ਦਿੰਦੇ, ਕੋਈ ਨਹੀਂ ਦਿੰਦਾ। ਪਰਮਾਤਮਾ ਦੇ ਨਿਯਮ ਦੇ ਅਨੁਸਾਰ ਸਵਾਸ ਚੱਲ ਰਹੇ ਹਨ, ਪਰਮਾਤਮਾ ਦੇ ਹੁਕਮ ਅਨੁਸਾਰ ਇਹ ਸਵਾਸ ਚੱਲ ਰਹੇ ਹਨ। ਜਦੋਂ ਸਵਾਸ ਉਹਦੇ ਹਨ, ਸਰੀਰ ਉਹਦਾ ਹੈ, ਤਾਂ ਫਿਰ ਅਸੀਂ ਬਾਹਰਲੇ ਦੀ ਆਸ ਕਿਉਂ ਕਰੀਏ? ਫਿਰ ਅਸੀਂ ਬਾਹਰੋਂ ਕਿਸੇ ਤੋਂ ਕੀ ਮੰਗ ਸਕਦੇ ਹਾਂ? ਜਿਹਨੇ ਸਾਨੂੰ ਏਡਾ ਸੋਹਣਾ ਸਰੀਰ ਦਿੱਤਾ, ਸਾਨੂੰ ਸੋਝੀ ਦੇ ਦਿੱਤੀ, ਸਾਨੂੰ ਅਕਲ ਦੇ ਦਿੱਤੀ ਕਿ ਬੰਦਿਆ ਤੂੰ ਉੱਚਾ ਨੀਵਾਂ ਵੇਖ ਕੇ ਚੱਲ, ਚੰਗਾ ਮਾੜਾ ਵਿਚਾਰ ਕੇ ਚੱਲ। ਅਸੀਂ ਘਰ ਵਾਸਤੇ ਬਹੁਤ ਸੋਚ ਸਮਝ ਕੇ ਫੈਸਲੇ ਲੈਂਦੇ ਹਾਂ,
ਪਰ ਸਾਡਾ ਜੀਵਨ ਆ ਜਿਹੜਾ, ਇਹਦੇ ਵਾਸਤੇ ਅਸੀਂ ਕਈ ਵਾਰੀ ਫੈਸਲਾ ਹੀ ਨਹੀਂ ਲੈ ਸਕਦੇ। ਸਾਨੂੰ ਜੀਵਨ, ਸਾਡੀ ਜ਼ਿੰਦਗੀ ਬਾਰੇ ਵੀ ਕੁਝ ਫੈਸਲੇ ਲੈਣੇ ਜ਼ਰੂਰੀ ਹਨ ਕਿ ਅਸੀਂ ਸੱਚ ਦਾ ਰਸਤਾ ਕਿੱਥੋਂ ਸਾਨੂੰ ਮਿਲੇਗਾ, ਅਸੀਂ ਪ੍ਰਮਾਤਮਾ ਤੋਂ ਵਿਛੜ ਕੇ ਆਏ ਹਾਂ, ਉਹਦੇ ਨਾਲ ਫਿਰ ਕਿਵੇਂ ਮਿਲਾਪ ਹੋਵੇਗਾ, ਸਾਡਾ ਅਸਲੀ ਘਰ ਕਿਹੜਾ ਹੈ। ਅਸਲੀ ਘਰ ਹੈ ਪਰਮੇਸ਼ਵਰ ਦਾ ਘਰ ਹੈ। ਇਹ ਸੰਸਾਰ ਝੂਠਾ ਹੈ, ਇਸ ਨੇ ਇੱਕ ਦਿਨ ਖਤਮ ਹੋਣਾ ਹੈ। ਸਤਿਗੁਰੂ ਕਹਿੰਦੇ ਜੋ ਹਰ ਕੰਤ ਮਿਲਾਈਆਂ ਸੇ ਵਿਛੜ ਕਦੇ ਨਾ ਜਾਏ, ਉਹ ਉਹਨਾਂ ਦਾ ਕਦੇ ਵੀ ਵਿਛੋੜਾ ਨਹੀਂ ਹੁੰਦਾ ਜਿਹੜੇ ਆਪਣੇ ਮਾਲਕ ਦੇ ਨਾਲ ਜੁੜ ਗਏ, ਜਿਨ੍ਹਾਂ ਨੂੰ ਪ੍ਰਭੂ ਪਰਮਾਤਮਾ ਨੇ ਆਪਣਾ ਬਣਾ ਲਿਆ। ਪਾਤਸ਼ਾਹ ਕਹਿੰਦੇ ਪ੍ਰਭ ਵੈਣ ਦੂਜਾ ਕੋ ਨਹੀਂ, ਨਾਨਕ ਹਰਿ ਸਰਨਾਏ, ਕਿ ਸਾਈਂ ਤੋਂ ਬਿਨਾ ਹੋਰ ਕੋਈ ਦੂਸਰਾ ਐਸਾ ਨਹੀਂ ਕਿ ਜਿਹੜਾ ਤੇਰੀ ਰੱਖਿਆ ਕਰ ਸਕੇ, ਕਿ ਮੈਂ ਤਾਂ ਆਪਣੇ ਮਾਲਕ ਦੀ ਸ਼ਰਨ ਵਿੱਚ ਆ ਗਿਆ ਹਾਂ। ਸਤਿਗੁਰੂ ਕਹਿੰਦੇ ਕਿ ਭਾਈ ਉਸ ਪ੍ਰਮਾਤਮਾ ਤੋਂ ਬਿਨਾ ਹੋਰ ਕੋਈ ਦੂਜਾ ਨਹੀਂ ਜਿਹੜਾ ਤੇਰੀ ਰੱਖਿਆ ਕਰ ਸਕੇ। ਸਤਿਗੁਰੂ ਕਹਿੰਦੇ ਅਸੀਂ ਪ੍ਰਮਾਤਮਾ ਦੀ ਸ਼ਰਨ ਵਿੱਚ ਹਾਂ। ਜਦੋਂ ਸਾਡੇ ਗੁਰੂ ਸਾਹਿਬਾਨ ਪ੍ਰਮਾਤਮਾ ਦੀ ਸ਼ਰਨ ਵਿੱਚ ਹਨ, ਇੱਕ ਦੀ ਸ਼ਰਨ ਵਿੱਚ ਹਨ, ਤੇ ਫਿਰ ਅਸੀਂ ਉਹਦੇ ਸਿੱਖ ਹੋ ਕੇ ਥਾਂ ਥਾਂ ਤੇ ਕਿਉਂ ਭਟਕੀਏ? ਫਿਰ ਅਸੀਂ ਵੀ ਇੱਕ ਦੀ ਸ਼ਰਨ ਕਿਉਂ ਨਾ ਤੱਕ ਲਈਏ? ਅਸੀਂ ਇੱਕ ਦੇ ਲੜ ਕਿਉਂ ਨਾ ਲੱਗ ਜਾਈਏ? ਸਾਨੂੰ ਗੁਰੂ ਪਾਤਸ਼ਾਹ 10 ਪਾਤਸ਼ਾਹੀਆਂ, ਭਗਤ ਸਾਹਿਬਾਨ, ਭੱਟ ਸਾਹਿਬਾਨ ਗੁਰਬਾਣੀ ਦੇ ਵਿੱਚ ਸਾਨੂੰ ਇਹੋ ਹੀ ਸਮਝਾਉਣਾ ਕਰਕੇ ਗਏ, ਭਾਈ ਇੱਕ ਦੇ ਲੜ ਲੱਗ, ਪਰਮਾਤਮਾ ਨੂੰ ਪਛਾਣ ਕਿ ਉਹ ਚੀਜ਼ ਕੀ ਹੈ, ਉਹ ਕਿਵੇਂ ਮਿਲੇਗਾ, ਉਹ ਰਹਿੰਦਾ ਕਿੱਥੇ ਹੈ। ਸਭ ਗੁਰਬਾਣੀ ਦੇ ਅਨੁਸਾਰ ਸਾਨੂੰ ਗਿਆਨ ਦਿੱਤਾ ਹੈ, ਜਿਹਨੂੰ ਅਸੀਂ ਪੜ੍ਹ ਕੇ ਸਮਝ ਸਕਦੇ ਹਾਂ ਕਿ ਪ੍ਰਮਾਤਮਾ ਕੀ ਹੈ, ਉਹਦਾ ਗਿਆਨ ਕੀ ਹੈ, ਉਹ ਰਹਿੰਦਾ ਕਿੱਥੇ ਹੈ, ਉਹ ਮਿਲੇਗਾ ਕਿਵੇਂ। ਤਾਂ ਅੱਜ ਕੱਲ੍ਹ ਪਤਾ ਹੀ ਹੈ ਆਪਾਂ ਨੂੰ ਸਾਰਿਆਂ ਨੂੰ ਕਿ ਅੰਤਰਜਾਮੀ ਬ੍ਰਹਮ ਗਿਆਨੀ ਕਹਾਉਣ ਵਾਲੇ ਬਹੁਤ। ਹਾਂ, ਆਪਾਂ ਇੱਕ ਦੇਖੀਏ ਕਿ ਜੇ ਬ੍ਰਹਮ ਗਿਆਨੀ ਹੈ, ਅੰਤਰਜਾਮੀ ਹੈ, ਤਾਂ ਸਾਨੂੰ ਉਹਦੇ ਕੋਲੇ ਜਾਣ ਦੀ ਲੋੜ ਹੀ ਨਾ ਪਵੇ। ਇੱਕ ਵਿਚਾਰ ਕਰਨ ਵਾਲੀ ਗੱਲ ਹੈ, ਅਸੀਂ ਜਿਹਨੂੰ ਕਹਿ ਦਿੰਦੇ ਬ੍ਰਹਮ ਗਿਆਨੀ ਹੈ, ਉਹ ਅੰਤਰਜਾਮੀ, ਜੇ ਉਹ ਬ੍ਰਹਮ ਗਿਆਨੀ ਹੈ, ਅੰਤਰਜਾਮੀ ਹੈ, ਤਾਂ ਉੱਥੇ ਬੈਠਾ ਹੀ ਸਾਡੇ ਘਰ ਦੀ ਹਾਲਤ ਪਛਾਣ ਸਕਦਾ, ਜਾਣ ਸਕਦਾ। ਕਿਉਂ? ਅੰਤਰਜਾਮੀ ਹੈ। ਜੋ ਜਾਣ ਸਕਦਾ ਹੈ, ਫਿਰ ਅਸੀਂ ਉਹਦੇ ਕੋਲੇ ਕਿਉਂ ਜਾਈਏ? ਉੱਥੇ ਬੈਠਿਆਂ ਵੀ ਸੁਨੇਹਾ ਭੇਜ ਸਕਦਾ ਕਿ ਭਾਈ ਤੇਰੇ ਕੋਲੇ ਆਹ ਸੰਕਟ ਆਉਣ ਵਾਲਾ ਹੈ, ਤੂੰ ਸੁਚੇਤ ਹੋ, ਤੇਰੇ ਤੇ ਆਹ ਕਸ਼ਟ ਆਵੇਗਾ, ਤੂੰ ਬਚ ਜਾਵੀਂ, ਮੈਂ ਤੈਨੂੰ ਦੱਸ ਰਿਹਾ ਕਿਉਂਕਿ ਮੈਂ ਤੇਰਾ ਗੁਰੂ ਹਾਂ। ਦੱਸ ਦੇਵੇ, ਫਿਰ ਯਕੀਨ ਹੋ ਜਾਵੇਗਾ ਕਿ ਵਾਕਈ ਅੰਤਰਜਾਮੀ। ਜਦੋਂ ਅਸੀਂ ਜਾ ਕੇ ਉਹਦੇ ਕੋਲੇ ਦੁੱਖ ਦੱਸਦੇ ਹਾਂ ਕਿ ਬਾਬਾ ਜੀ ਸਾਨੂੰ ਤਾਂ ਆਹ ਦੁੱਖ ਲੱਗ ਗਿਆ, ਬਾਬਾ ਜੀ ਸਾਨੂੰ ਤਾਂ ਆਹ ਦੁੱਖ ਲੱਗ ਗਿਆ, ਸਾਡੇ ਘਰ ਵਿੱਚ ਕਲੇਸ਼ ਰਹਿੰਦਾ, ਭਾਈ ਕਲੇਸ਼ ਦੇ ਵਿੱਚੋਂ ਤੁਸੀਂ ਨਿਕਲਣਾ ਤਾਂ ਪਿਆਰ ਭਾਵਨਾ ਬਣਾਓ, ਇੱਕ ਦੂਜੇ ਨੂੰ ਸਮਝਣ ਦੀ ਕੋਸ਼ਿਸ਼ ਕਰੋ, ਆਪੇ ਪਿਆਰ ਪੈਦਾ ਹੋ ਜਾਏਗਾ, ਕਲੇਸ਼ ਬਣਦਾ ਹੀ ਨਹੀਂ। ਕਈ ਹੁਣ ਦਾਰੂ ਪੀ ਕੇ ਉਨੀ ਦਿਹਾੜੀ ਨਹੀਂ ਹੁੰਦੀ, ਦਾਰੂ ਪੀ ਕੇ ਇੱਕ ਦੂਜੇ ਨੂੰ ਕੁੱਟਦੇ ਮਾਰਦੇ, ਲੜਾਈ ਝਗੜੇ, ਸੌਦਾ ਪੂਰਾ ਨਹੀਂ ਹੁੰਦਾ, ਉੱਥੇ ਬਾਬਾ ਕੀ ਕਰੇਗਾ? ਉਹ ਸਾਨੂੰ ਆਪ ਨੂੰ ਸਮਝਣਾ ਪੈਣਾ ਹੈ। ਜੇ ਹੁਣ ਅਸੀਂ ਉੱਥੇ ਫਿਰ ਬੀਬੀਆਂ ਭਜਦੀਆਂ, ਬਾਬਾ ਜੀ ਸਾਡੇ ਘਰੇ ਕਲੇਸ਼ ਬਹੁਤ ਹੈ, ਕਲੇਸ਼ ਕਿਵੇਂ ਮਿਟੇਗਾ? ਅਸੀਂ ਇੱਕ ਦੂਜੇ ਨੂੰ ਸਮਝਣ ਦੀ ਕੋਸ਼ਿਸ਼ ਹੀ ਨਹੀਂ ਕੀਤੀ, ਇੱਕ ਦੂਜੇ ਲਈ ਸਾਡੇ ਮਨ ਵਿੱਚ ਪਿਆਰ ਪੈਦਾ ਹੀ ਨਹੀਂ ਹੋਇਆ। ਜੇ ਪਿਆਰ ਪੈਦਾ ਨਹੀਂ ਹੋਇਆ ਤੇ ਪ੍ਰਮਾਤਮਾ, ਜਦੋਂ ਅਸੀਂ ਇੱਕ ਦੂਜੇ ਘਰ ਦੇ ਜੀਆਂ ਨੂੰ ਨਹੀਂ ਸਮਝ ਸਕੇ, ਤਾਂ ਪ੍ਰਮਾਤਮਾ ਨੂੰ ਪਿਆਰੋ ਕਿਵੇਂ ਸਮਝਿਆ ਜਾਵੇਗਾ? ਪ੍ਰਮਾਤਮਾ ਨੂੰ ਬਾਅਦ ਵਿੱਚ ਸਮਝਿਆ ਜਾਵੇਗਾ, ਪਹਿਲਾਂ ਅਸੀਂ ਇੱਕ ਦੂਜੇ ਨੂੰ ਹੀ ਸਮਝਣਾ ਸਿੱਖ ਜਾਈਏ ਕਿ ਉਹਦੀ ਭਾਵਨਾ ਕੀ ਹੈ, ਅਸੀਂ ਇੱਕ ਦੂਜੇ ਨਾਲ ਪਿਆਰ ਕਿਵੇਂ ਬਣਾ ਸਕਦੇ ਹਾਂ। ਜਿੰਨਾ ਚਿਰ ਸਾਡਾ ਆਪਸੀ ਪਿਆਰ ਨਹੀਂ ਬਣਦਾ, ਸਾਡੇ ਮਨ ਵਿੱਚ ਪ੍ਰੇਮ ਪੈਦਾ ਨਹੀਂ ਹੁੰਦਾ। ਜੇ ਪ੍ਰੇਮ ਪੈਦਾ ਹੋਵੇਗਾ, ਸਾਡਾ ਜੀਆਂ ਦਾ ਵੀ ਪਿਆਰ ਬਣੇਗਾ ਤੇ ਸਾਡਾ ਪ੍ਰਮਾਤਮਾ ਨਾਲ ਵੀ ਪਿਆਰ ਬਣੇਗਾ। ਪ੍ਰਮਾਤਮਾ ਕਿੱਥੇ ਹੈ? ਇਨਸਾਨ ਦੇ ਵਿੱਚ ਹੈ, ਜੀਆਂ ਦੇ ਵਿੱਚ ਹੈ, 84 ਲੱਖ ਜੂਨ ਦੇ ਵਿੱਚ ਹੈ। ਤਾਂ ਇਸੇ ਤਰ੍ਹਾਂ ਸਤਿਗੁਰੂ ਕਹਿੰਦੇ ਪ੍ਰਭ ਵੈਣ ਦੂਜਾ ਕੋ ਨਹੀਂ, ਨਾਨਕ ਹਰਿ ਸਰਨਾਏ, ਕਿ ਪ੍ਰਭੂ ਤੋਂ ਬਿਨਾਂ ਹੋਰ ਭਾਈ ਦੂਜਾ ਕੋ ਨਹੀਂ। ਅਸੀਂ ਤਾਂ ਇੱਕ ਪ੍ਰਮਾਤਮਾ ਦੀ ਸ਼ਰਨ ਦੇ ਵਿੱਚ ਪਏ ਹਾਂ। ਅਸੂ ਸੁਖੀ ਵਸੰਦੀਆਂ ਜਿਨ੍ਹਾਂ ਮਿਆ ਹਰਿ ਰਾਏ, ਕਿ ਜਿਨ੍ਹਾਂ ਉੱਤੇ ਹਰੀ ਪ੍ਰਮਾਤਮਾ ਵਾਹਿਗੁਰੂ ਦੀ ਕਿਰਪਾ ਹੋ ਗਈ, ਉਹ ਅੱਸੂ ਦੇ ਮਹੀਨੇ ਵਿੱਚ ਉਹ ਸੁਖੀ ਵਸਦੇ ਹਨ। ਉਹੀ ਜਾ ਕੇ ਉਹਨਾਂ ਦੇ ਮਨ ਦੇ ਵਿੱਚ ਪ੍ਰੇਮ ਪੈਦਾ ਹੁੰਦਾ ਹੈ, ਜਿਨ੍ਹਾਂ ਨੇ ਪ੍ਰਮਾਤਮਾ ਦੇ ਗਿਆਨ ਨੂੰ ਸਮਝ ਲਿਆ, ਪ੍ਰਮਾਤਮਾ ਦੇ ਨਿਯਮਾਂ ਨੂੰ ਸਮਝ ਲਿਆ, ਭਾਈ ਉਹ ਸਦਾ ਵਾਸਤੇ ਸੁਖੀ ਹੋ ਜਾਂਦੇ ਹਨ। ਸੋ ਇਹ ਸੀ ਜੋ ਅੱਸੂ ਦੇ ਮਹੀਨੇ ਵਿੱਚ ਸਾਨੂੰ ਸਤਿਗੁਰੂ ਪਾਤਸ਼ਾਹ ਨੇ ਸਮਝਾਉਣਾ ਕੀਤਾ। ਸੋ ਵਿਚਾਰਾਂ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਗਲਤੀਆਂ ਨੂੰ ਬਖਸ਼ ਲੈਣਾ। ਅੱਗੇ ਵਾਸਤੇ ਸਤਿਗੁਰੂ ਸਮਤ ਬਖਸ਼ਣ, ਸਤਿਗੁਰੂ ਤੇ ਸਤਿਗੁਰੂ ਕੀ ਸੰਗਤ ਬਖਸ਼ਣ ਯੋਗ ਹੁੰਦੀ ਬਖਸ਼ ਲੈਣਾ ਜੀ। ਸਤਿਗੁਰੂ ਕਿਰਪਾ ਕਰਨ ਸਰਬੱਤ ਸੰਗਤਾਂ ਵਾਸਤੇ ਜੋ ਅੱਸੂ ਦਾ ਮਹੀਨਾ
ਸੁੱਖ ਆਨੰਦਾਂ ਵਾਲਾ ਹੋਵੇ। ਸਤਿਗੁਰੂ ਕਿਰਪਾ ਕਰਕੇ ਸਾਨੂੰ ਵੀ ਆਪਣੇ ਚਰਨਾਂ ਦੇ ਨਾਲ ਜੋੜ ਲੈਣ, ਗਿਆਨ ਦੀ ਬਖਸ਼ਿਸ਼ ਕਰਨ। ਸੋ ਇੰਨੀਆਂ ਕੁ ਬੇਨਤੀਆਂ ਨੂੰ ਪ੍ਰਵਾਨ ਕਰਨਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ